ਗੁਰੂ ਪਿਆਰਿਓ, ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ। ਅੱਜ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਹੈ। ਆਓ ਉਹਨਾਂ ਬਾਰੇ ਆਪਾਂ ਜਾਣਦੇ ਹਾਂ, ਜਿਨ੍ਹਾਂ ਨੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਤੱਕ 6 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ ਆ। ਆਓ ਥੋੜ੍ਹਾ ਉਹਨਾਂ ਦੇ ਜੀਵਨ ਬਾਰੇ ਜਾਣੀਏ ਜੀ, ਕਿਉਂਕਿ ਸਾਡਾ ਜਿਹੜਾ ਜਨਮ ਆ ਭਾਵੇਂ ਸਿੱਖਾਂ ਦੇ ਘਰੇ ਹੋ ਗਿਆ ਹੈ, ਪਰ ਸਾਡੇ ਗਿਆਨ ਵਿੱਚ ਅਜੇ ਇੰਨਾ ਵਾਧਾ ਨਹੀਂ ਹੋਇਆ ਕਿ ਅਸੀਂ ਜਾਣ ਸਕੀਏ ਐਸੇ ਗੁਰਸਿੱਖਾਂ ਦਾ ਜੀਵਨ। ਕਿਉਂਕਿ ਅਸੀਂ ਮਾਇਆ ਕਮਾਉਣ ਵਾਸਤੇ ਸਮਾਂ ਕੱਢਦੇ ਹਾਂ, ਪਰ ਗੁਰਸਿੱਖਾਂ ਦਾ ਜੀਵਨ ਸਾਨੂੰ ਪਤਾ ਨਹੀਂ ਹੈ। ਬਾਬਾ ਬੁੱਢਾ ਸਾਹਿਬ ਜੀ ਦੇ ਮਾਤਾ ਜੀ ਦਾ ਨਾਂ ਮਾਤਾ ਗੌਰਾਂ ਜੀ ਸੀ, ਪਿਤਾ ਜੀ ਦਾ ਨਾਮ ਭਾਈ ਸੁੱਗਾ ਜੀ ਸੀ। ਗੁਰੂ ਪਿਆਰਿਓ, ਜਨਮ ਸਥਾਨ ਬਾਬਾ ਜੀ ਦਾ ਪਿੰਡ ਕੱਥੂ ਨੰਗਲ, ਜੋ ਸ੍ਰੀ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਵਿੱਚ ਪੈਂਦਾ ਹੈ। ਬਾਬਾ ਜੀ ਦਾ ਮੁੱਢਲਾ ਜੀਵਨ, ਆਪ ਜੀ ਦੇ ਮਾਤਾ ਗੌਰਾਂ ਜੀ ਬਹੁਤ ਹੀ ਭਜਨ ਬੰਦਗੀ ਵਾਲੀ ਇੱਕ ਇਸਤਰੀ ਸਨ, ਔਰਤ ਸਨ, ਜਿਸ ਕਰਕੇ ਉਹਨਾਂ ਦੀ ਭਜਨ ਬੰਦਗੀ ਦਾ ਪ੍ਰਭਾਵ ਬਾਬਾ ਜੀ 'ਤੇ ਵੀ ਪਿਆ। ਇਸ ਕਰਕੇ ਬਚਪਨ ਦੇ ਵਿੱਚ ਮੱਝਾਂ ਦੇ ਵੱਗ ਦੀ ਦੇਖ ਰੇਖ ਦੀ ਜ਼ਿੰਮੇਵਾਰੀ ਬਾਬਾ ਜੀ ਨੇ ਸੰਭਾਲ ਲਈ। ਇਹੀ ਕਾਰਜ ਕਰਦੇ ਸੀ ਬਚਪਨ ਵਿੱਚ, ਜਿਹੜੀ ਕਿਰਤ ਕਰਿਆ ਕਰਦੇ ਸੀ। ਹੁਣ ਜਿਹੜੀ ਪਹਿਲੀ ਗੱਲ ਆਪਾਂ ਸਿੱਖਣੀ ਆ ਉਹ ਇਹ ਆ ਕਿ ਜੇਕਰ ਅਸੀਂ ਚਾਹੁੰਦੇ ਹਾਂ ਸਾਡੇ ਬੱਚੇ, ਮਾਂ ਪਿਓ ਜਿਹੜੇ ਆ, ਜੇ ਸਿੱਖੀ ਨਾਲ ਜੁੜੇ ਹੋਣਗੇ ਫੇਰ ਹੀ ਬੱਚੇ ਜੁੜਨਗੇ। ਕਈ ਵਾਰੀ ਆਪਾਂ ਬੱਚਿਆਂ ਨੂੰ ਤਾਂ ਆਖ ਦਿੰਦੇ ਹਾਂ ਕਿ ਸਿੱਖੀ ਨਾਲ ਜੁੜੋ, ਆਪ ਅਸੀਂ ਸਿੱਖੀ ਨਾਲ ਜੁੜੇ ਨਹੀਂ ਹੁੰਦੇ। ਜਿਹੜੇ ਬੱਚਿਆਂ ਦੇ ਮਾਤਾ ਪਿਤਾ ਸਿੱਖੀ ਨਾਲ ਜੁੜੇ ਹੋਣਗੇ, ਬੜਾ ਫਰਕ ਪਵੇਗਾ ਜੀ ਉਸ ਬੱਚੇ ਦੇ ਜੀਵਨ 'ਤੇ। ਜਿਸ ਤਰ੍ਹਾਂ ਮਾਤਾ ਗੌਰਾਂ ਜੀ, ਉਹਨਾਂ ਦੀ ਭਜਨ ਬੰਦਗੀ ਦਾ ਅਸਰ ਬਾਬਾ ਬੁੱਢਾ ਜੀ 'ਤੇ ਪਿਆ। ਅੱਗੇ ਆ ਬੂੜਾ ਤੋਂ ਬਾਬਾ ਬੁੱਢਾ ਜੀ, ਮਾਪਿਆਂ ਨੇ ਤਾਂ ਉਹਨਾਂ ਦਾ ਨਾਮ ਬੂੜਾ ਹੀ ਰੱਖਿਆ ਸੀਗਾ। ਉਹਨਾਂ ਦੇ ਜਨਮ ਤੋਂ ਕੁਝ ਚਿਰ ਮਗਰੋਂ ਉਹਨਾਂ ਦੇ ਜਿਹੜੇ ਮਾਪੇ ਸੀ ਪਿੰਡ ਰਮਦਾਸ, ਇੱਥੇ ਆ ਕੇ ਵਸ ਗਏ ਆ ਜੀ। ਜਦੋਂ 12 ਕੁ ਸਾਲ ਦੇ ਸੀ ਤੇ ਬਾਬਾ ਬੁੱਢਾ ਜੀ, ਬੂੜਾ ਜੀ ਤਾਂ ਉਹਨਾਂ ਦਾ ਪਹਿਲਾ ਨਾਮ ਆ ਨਾ, ਤੇ ਗੁਰੂ ਨਾਨਕ ਦੇਵ ਜੀ ਪ੍ਰਚਾਰ ਕਰਦੇ ਹੋਏ ਮਹਾਰਾਜ ਰਮਦਾਸ ਪਿੰਡ ਜਦੋਂ ਪਹੁੰਚੇ ਆ, ਤੇ ਬੂੜਾ ਜੀ ਮੱਝਾਂ ਚਾਰਦੇ ਉੱਥੇ ਆ ਗਏ ਆ। ਉਹਨਾਂ ਨੇ ਗੁਰੂ ਮਹਾਰਾਜ ਦਾ ਉਪਦੇਸ਼ ਸੁਣਿਆ। ਫਿਰ ਤਾਂ ਉਹ ਰੋਜ਼ ਗੁਰੂ ਜੀ ਕੋਲ ਆਉਂਦੇ, ਮਹਾਰਾਜ ਦਾ ਉਪਦੇਸ਼ ਸੁਣਦੇ, ਉਹਨਾਂ ਵਾਸਤੇ ਦੁੱਧ ਲਿਆ ਕੇ ਭੇਟ ਵੀ ਕਰਦੇ। ਇੱਕ ਦਿਨ ਗੁਰੂ ਮਹਾਰਾਜ ਨੇ ਬੂੜਾ ਜੀ ਦੇ ਨਾਲ ਬੜੀ ਗੱਲਬਾਤ ਜਦੋਂ ਕੀਤੀ ਆ, ਪ੍ਰੇਮ ਸਨੇਹ ਦੇ ਨਾਲ, ਫਿਰ ਉਹਨਾਂ ਕੋਲੋਂ, ਗੁਰੂ ਪਾਤਸ਼ਾਹ ਜੀ ਕੋਲੋਂ, ਬੂੜਾ ਜੀ ਨੇ ਬਹੁਤ ਵਧੀਆ ਆਤਮਿਕ ਜੀਵਨ ਨਾਲ ਸੰਬੰਧਿਤ ਕਈ ਪ੍ਰਸ਼ਨ ਪੁੱਛੇ ਆ। ਉਹਨਾਂ ਨੇ ਗੁਰੂ ਮਹਾਰਾਜ ਨੂੰ ਬੇਨਤੀ ਕੀਤੀ ਕਿ ਉਹ ਉਹਨਾਂ ਨੂੰ ਇਹ 84 ਦੇ ਗੇੜ 'ਚੋਂ ਕੱਢ ਦੇਣ। ਮਹਾਰਾਜ ਨੇ ਖੁਸ਼ ਹੋ ਕੇ ਆਖਿਆ ਕਿ ਤੂੰ ਹੈ ਤਾਂ ਬੱਚਾ, ਪਰ ਗੱਲਾਂ ਬੁੱਢਿਆਂ ਵਾਲੀਆਂ ਕਰਦਾ, ਤੂੰ ਬੱਚਾ ਨਹੀਂ ਬੁੱਢਾ ਹੈ। ਉਸ ਦਿਨ ਤੋਂ ਬੂੜਾ ਜੀ ਦਾ ਨਾਂ ਜਿਹੜਾ ਬੁੱਢਾ ਜੀ ਪੈ ਗਿਆ। ਸਿੱਖ ਉਹਨਾਂ ਨੂੰ ਪਿਆਰ ਦੇ ਨਾਲ ਬਾਬਾ ਬੁੱਢਾ ਜੀ ਆਖਦੇ ਆ। ਹੁਣ ਇੱਥੇ ਕਿਹੜੀ ਗੱਲ ਸਿੱਖਣ ਦੀ ਲੋੜ ਆ? ਕਈ ਵਾਰੀ ਅਸੀਂ ਜਵਾਨੀ ਵਿੱਚ ਵੀ ਰੱਬ ਵਾਲੀਆਂ ਗੱਲਾਂ ਨਹੀਂ ਕਰਦੇ। ਚਲੋ ਬਚਪਨ ਤਾਂ ਆਪਾਂ ਕਹਿੰਦੇ ਆ ਬੱਚਾ, ਇਹ ਦਿਨ ਲੰਘ ਜਾਂਦਾ। ਬੁਢੇਪੇ ਵਿੱਚ ਵੀ ਬਹੁਤ ਲੋਕ ਆ ਜਿਹੜੇ ਸਿਆਣੀਆਂ ਗੱਲਾਂ ਨਹੀਂ ਕਰਦੇ ਹੈਗੇ। ਬਾਬਾ ਬੁੱਢਾ ਜੀ ਦੇਖੋ 12-13 ਸਾਲ ਦੀ ਉਮਰ ਦੇ ਵਿੱਚ ਬਜ਼ੁਰਗਾਂ ਵਾਲੀਆਂ ਗੱਲਾਂ ਕਰਦੇ ਰਹੇ ਆ, ਤੇ ਮਹਾਰਾਜ ਕੋਲੋਂ ਕੀ ਮੰਗ ਰਹੇ ਆ? ਮੈਨੂੰ 84 ਦੇ ਗੇੜ ਵਿੱਚੋਂ ਕੱਢ ਦਿਓ, ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਕਰ ਦਿਓ। ਅਸੀਂ ਗੁਰੂ ਕੋਲੋਂ ਇਹ ਮੰਗਦੇ ਹੀ ਨਹੀਂ। ਅਸੀਂ ਤਾਂ ਗੁਰੂ ਤੋਂ ਹੋਰ ਚੀਜ਼ਾਂ ਤਾਂ ਮੰਗੀ ਜਾਂਦੇ ਹਾਂ, ਪਰ ਆਹ ਜਿਹੜੇ ਬੰਧਨ ਪਏ ਹੋਏ ਆ ਨਾ ਜੀਵ ਆਤਮਾ ਨੂੰ, ਇਹ ਨਹੀਂ ਅਸੀਂ ਮੰਗਦੇ। ਇਹ ਕੱਟੇ ਜਾਣ, ਇਹ ਬਹੁਤ ਵੱਡੀ ਦਾਤ ਆ, ਜਨਮ ਮਰਨ ਦੇ ਬੰਧਨਾਂ ਤੋਂ ਮੁਕਤ ਹੋ ਜਾਣਾ। ਦੇਖੋ ਜਨਮ ਹੋਣਾ ਕਿੱਡਾ ਵੱਡਾ ਦੁੱਖ ਆ। ਜਨਮ ਜਦੋਂ ਹੋ ਗਿਆ ਬੱਚਾ ਰੋਂਦਾ, ਸੰਕੇਤ ਆ ਵੀ ਦੁੱਖ ਦਾ ਜਨਮ ਹੋ ਗਿਆ। ਉਹ ਵੱਖਰੀ ਗੱਲ ਆ, ਘਰ ਵਿੱਚ ਮਠਿਆਈਆਂ ਵੰਡੀਆਂ ਜਾਂਦੀਆਂ ਨੇ, ਪਰ ਹੋਇਆ ਤਾਂ ਦੁੱਖ ਦਾ ਜਨਮ ਆ ਨਾ। ਭਾਈ ਗੁਰਦਾਸ ਜੀ ਇਹ ਗੱਲ ਨਾਲ ਸਹਿਮਤੀ ਪ੍ਰਗਟਾਉਂਦੇ ਆ। ਤੁਸੀਂ ਵੇਖੋ ਜੀ ਵੀ ਬੱਚਾ ਹੁਣ ਜਨਮਿਆ, ਜਨਮ ਸਾਰੀ ਰੋਇਆ। ਹੁਣ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ, ਤ੍ਰਿਸ਼ਨਾ ਦੇ ਵੱਸ ਹੋ ਕੇ ਫਿਰ ਹੌਲੀ ਹੌਲੀ ਰੱਬ ਨਾਲੋਂ ਉਹਦੇ ਤੰਦ ਟੁੱਟਦੇ ਆ, ਸੁਪਨੇ ਬਣਾਉਂਦਾ, ਸੁਪਨੇ ਟੁੱਟਦੇ ਆ, ਤੇ ਫਿਰ ਮੌਤ ਜਿਹੜੀ ਆ ਸਭ ਨੂੰ ਹੀ ਆਉਂਦੀ ਆ, ਚਾਹੇ ਰਾਜਾ ਚਾਹੇ ਭਿਖਾਰੀ ਆ। ਬੰਦਾ ਬੰਦਗੀ ਨਹੀਂ ਕਰਦਾ,
ਇਹ ਮੋਢਿਆਂ ਦਾ ਦਰਦ, ਗੋਡਿਆਂ ਦਾ ਦਰਦ, ਸਰੀਰਕ ਰੋਗ, ਕਿੰਨਾ ਕੁਝ ਵਾਪਰਦਾ ਜੀ ਸਾਡੇ ਆਸੇ-ਪਾਸੇ। ਤਾਂ ਇਹ ਜਨਮ ਹੋਣਾ ਇੱਕ ਦੁੱਖ ਹੀ ਆ ਨਾ, ਸੰਜੋਗ ਹੋ ਜਾਣਾ, ਵਿਜੋਗ ਹੋ ਜਾਣਾ, ਕਈ ਵਾਰੀ ਆਪਣਿਆਂ ਨੂੰ ਛੱਡਣਾ ਪੈਣਾ, ਆਪਣਿਆਂ ਵੱਲੋਂ ਦੁੱਖ ਦਿੱਤਾ ਜਾਣਾ, ਕਿੰਨੇ ਕਿੰਨੇ ਦੁੱਖ ਆਉਂਦੇ ਆ। ਤਾਂ ਇਹ ਤਾਂ ਜਿਸ ਤਨ ਲਾਗੇ ਸੋਈ ਜਾਣੈ, ਕੌਣ ਜਾਣੈ ਪੀਰ ਪਰਾਈ। ਤਾਂ ਆਪਾਂ ਵੇਖੀਏ ਬਾਬਾ ਬੁੱਢਾ ਜੀ ਦੇ ਜੀਵਨ ਵਿੱਚੋਂ ਕਿ ਉਹ ਬਚਪਨ ਵਿੱਚ ਵੀ ਸਿਆਣੀਆਂ ਗੱਲਾਂ ਕਰਦੇ ਸੀ। ਅਸੀਂ ਸਿਆਣੇ ਹੋ ਕੇ, ਬੁੱਢੇ ਹੋ ਕੇ ਵੀ ਇਹ ਨਿੰਦਿਆ ਚੁਗਲੀ ਵਿੱਚ ਫਸੇ ਹੋਏ ਹਾਂ। ਅਸੀਂ ਸਿਆਣੀਆਂ ਗੱਲਾਂ ਕਦੋਂ ਕਰਨ ਲੱਗਾਂਗੇ? ਤਾਂ ਇਹ ਵੀ ਜਿਹੜਾ ਸਾਨੂੰ ਉਹਨਾਂ ਦੇ ਜੀਵਨ ਵਿੱਚੋਂ ਸਿੱਖਣਾ ਚਾਹੀਦਾ। ਅੱਗੇ ਹੈ ਗੁਰੂ ਪਿਆਰਿਓ ਗੁਰਤਾ ਦੀ ਰਸਮ। ਬਾਬਾ ਬੁੱਢਾ ਜੀ ਗੁਰੂ ਨਾਨਕ ਸਾਹਿਬ ਜੀ ਦੇ ਸੇਵਕ ਬਣ ਗਏ। ਸਾਰਾ ਦਿਨ ਸੰਗਤਾਂ ਦੀ ਸੇਵਾ ਕਰਦੇ, ਖੇਤਾਂ ਵਿੱਚ ਜਾ ਕੇ ਖੇਤੀਬਾੜੀ ਦਾ ਕੰਮ ਕਰਦੇ, ਸਦਾ ਨਾਮ ਜਪਦੇ ਰਹਿੰਦੇ। ਉਹਨਾਂ ਨੇ ਆਪਣਾ ਜੀਵਨ ਸੰਗਤਾਂ ਦੀ ਸੇਵਾ ਵਿੱਚ ਲਾਇਆ। ਦੇਖੋ ਅਸੀਂ ਆਪਣੇ ਹੱਥ ਸਫਲ ਕਰਦੇ ਹਾਂ ਕਿ ਨਹੀਂ, ਸਿੱਖਣ ਦੀ ਲੋੜ ਆ। ਨਾਲ ਨਾਲ ਮੈਂ ਇਤਿਹਾਸ ਦੱਸ ਰਿਹਾ, ਨਾਲ ਨਾਲ ਮੈਂ ਦੱਸ ਰਿਹਾ ਵੀ ਅਸੀਂ ਕੀ ਸਿੱਖ ਸਕਦੇ ਹਾਂ, ਕੀ ਕਰਨਾ ਚਾਹੀਦਾ ਸਾਨੂੰ। ਕੀ ਅਸੀਂ ਹੱਥੀਂ ਸੇਵਾ ਕਰਦੇ ਹਾਂ? ਨਹੀਂ ਕਰਦੇ। ਜੇ ਨਹੀਂ ਕਰਦੇ ਤਾਂ ਸਾਨੂੰ ਕਰਨੀ ਚਾਹੀਦੀ ਆ। ਇਸ ਤਰ੍ਹਾਂ ਕਿਰਤ ਕਰਨੀ, ਨਾਮ ਜਪਣਾ, ਵੰਡ ਕੇ ਛਕਣਾ ਕਿਹਾ ਹੀ ਨਹੀਂ, ਬਾਬਾ ਬੁੱਢਾ ਜੀ ਨੇ ਕਰਕੇ ਵੀ ਦਿਖਾਇਆ। ਜਦੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਨੇ ਭਾਈ ਲਹਿਣਾ ਜੀ ਨੂੰ ਗੱਦੀ ਦਿੱਤੀ ਆ ਨਾ, ਤਾਂ ਗੁਰਿਆਈ ਦੀ ਰਸਮ ਬਾਬਾ ਬੁੱਢਾ ਜੀ ਪਾਸੋਂ ਅਦਾ ਕਰਵਾਈ ਆ। ਇੰਨਾ ਹੀ ਨਹੀਂ, ਮਗਰੋਂ ਤੀਜੀ, ਚੌਥੀ, ਪੰਜਵੀਂ ਤੇ ਛੇਵੀਂ ਪਾਤਸ਼ਾਹੀ ਨੂੰ ਗੁਰਤਾ ਦੀ ਰਸਮ ਬਾਬਾ ਬੁੱਢਾ ਸਾਹਿਬ ਜੀ ਅਦਾ ਕਰਦੇ ਰਹੇ ਆ। ਬਾਬਾ ਬੁੱਢਾ ਜੀ ਦਾ ਰੁਤਬਾ ਕੀ ਆ? ਸਿੱਖ ਇਤਿਹਾਸ ਦੇ ਅੰਦਰ ਇੱਕ ਹੀ ਵੇਲੇ ਬ੍ਰਹਮ ਗਿਆਨੀ, ਅਨੰਨ ਸੇਵਕ, ਪਰਉਪਕਾਰੀ, ਵਿਦਵਾਨ, ਦੂਰ ਅੰਦੇਸ਼ੀ, ਮਹਾਨ ਉਸਰਈਏ, ਪ੍ਰਚਾਰਕ, ਇੰਨੇ ਗੁਣ ਆ। ਤੇ ਬਾਬਾ ਜੀ ਦੀ ਜਿਹੜੀ ਉਮਰ ਆ ਨਾ, ਤੁਸੀਂ ਸੁਣ ਕੇ ਵੈਸੇ ਕਈ ਤਾਂ ਯਕੀਨ ਨਹੀਂ ਕਰਦੇ ਵੀ 125 ਸਾਲ ਸੀਗੀ ਉਹਨਾਂ ਦੀ। ਤੇ 125 ਸਾਲ ਦੀ ਉਮਰ ਵਿੱਚੋਂ 113 ਸਾਲ ਮਹਾਰਾਜ ਦੀ ਸ਼ਰਨ ਵਿੱਚ ਰਹਿ ਕੇ ਸੇਵਾ ਨਿਭਾਈ ਉਹਨਾਂ ਨੇ। ਕਈ ਵਾਰੀ ਮੈਂ ਆਪ ਜੀ ਨੂੰ ਕਹਿ ਰਿਹਾ ਵੀ ਅਸੀਂ ਸਿੱਖਾਂ ਦੇ ਘਰੇ ਜਨਮ ਲੈ ਲਿਆ, ਪਰ ਸਾਨੂੰ ਇਹ ਗੱਲਾਂ ਦਾ ਨਹੀਂ ਪਤਾ। ਤਾਂ ਸਿੱਖਿਆ ਕੀ ਮਿਲਦੀ ਆ ਜੀ? ਜਿੰਨੀ ਵੀ ਉਮਰ ਹੋ ਜਾਵੇ, ਜੇ ਗੁਰੂ ਦੇ ਲੇਖੇ ਲੱਗ ਜਾਵੇ ਨਾ, ਚੰਗੀ ਗੱਲ ਹੀ ਆ। ਬਹੁਤ ਜਨਮ ਬਿਸਰੇ ਥੇ ਮਾਧੋ, ਇਹੋ ਜਨਮ ਤੁਮਾਰੇ ਲੇਖੇ। ਅੱਗੇ ਹੁਣ ਬ੍ਰਹਮ ਗਿਆਨ ਦੀ ਗੱਲ ਕਰਦੇ ਹਾਂ ਆਪਾਂ। ਬਾਬਾ ਬੁੱਢਾ ਜੀ ਨੇ ਆਪਣੀ ਭਗਤੀ, ਆਪਣੀ ਸੇਵਾ ਸਦਕਾ ਇੰਨੀ ਆਤਮਿਕ ਉੱਚਤਾ ਪ੍ਰਾਪਤ ਕਰ ਲਈ। ਜਦੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੋਤੀ ਜੋਤ ਸਮਾ ਗਏ ਆ, ਮਗਰੋਂ ਜਦੋਂ ਸ੍ਰੀ ਗੁਰੂ ਅੰਗਦ ਦੇਵ ਜੀ ਅਜੇ ਗੁਪਤਵਾਸ ਵਿੱਚ ਹੀ ਰਹਿ ਰਹੇ ਆ, ਤਾਂ ਸੰਗਤਾਂ ਨੇ ਬਾਬਾ ਬੁੱਢਾ ਜੀ ਕੋਲ ਜਾ ਕੇ ਬੇਨਤੀ ਕੀਤੀ ਸੀ ਕਿ ਉਹ ਆਪਣੀ ਆਤਮਿਕ ਸ਼ਕਤੀ ਵਰਤਾ ਕੇ ਦੇਖਣ ਕਿ ਗੁਰੂ ਮਹਾਰਾਜ ਕਿੱਥੇ ਆ। ਬਾਬਾ ਬੁੱਢਾ ਜੀ ਨੇ ਇਕਾਂਤ ਵਿੱਚ ਪਾਠ ਕਰਨ ਬਾਅਦ ਗੁਰੂ ਜੀ ਦਾ ਧਿਆਨ ਧਰ ਕੇ ਅਰਦਾਸ ਕੀਤੀ ਆ। ਉਹਨਾਂ ਨੂੰ ਖਡੂਰ ਸਾਹਿਬ ਦੇ ਵਿੱਚ ਮਾਈ ਵਰਾਈ, ਜਿਹਨੂੰ ਮਾਈ ਭਰਾਈ ਵੀ ਕਿਹਾ ਜਾਂਦਾ, ਤੇ ਉਹ ਘਰ ਦੇ ਉਹਦੇ ਗੁਰੂ ਜੀ ਦੇ ਦਰਸ਼ਨ ਹੋਏ। ਇਸੇ ਤਰ੍ਹਾਂ ਜਦੋਂ ਤੀਜੇ ਗੁਰੂ ਅਮਰਦਾਸ ਜੀ ਬਾਬਾ ਦਾਤੂ ਜੀ ਦੇ ਕ੍ਰੋਧ ਅਤੇ ਈਰਖਾ ਦੀ ਅੱਗ ਮੱਠੀ ਕਰਨ ਦੀ ਖਾਤਰ ਬਾਸਰ ਕੇ ਜਾ ਕੇ ਗੁਪਤਵਾਸ ਹੋ ਗਏ ਸੀਗੇ, ਉਸ ਸਮੇਂ ਬਾਬਾ ਬੁੱਢਾ ਜੀ ਨੇ ਕਮਰੇ ਦੀ ਕੰਧ ਨੂੰ ਸੰਨ ਲਾਇਆ ਸੀ ਤੇ ਸੰਗਤਾਂ ਨੂੰ ਗੁਰੂ ਜੀ ਦੇ ਦਰਸ਼ਨ ਕਰਵਾਏ ਸੀ। ਸਿੱਖਿਆ ਬਹੁਤ ਵੱਡੀ ਮਿਲਦੀ ਆ। ਇੱਕ ਤਾਂ ਅਰਦਾਸ ਗੁਰੂ ਅੱਗੇ ਕੀਤੀ ਬਿਰਥੀ ਨਹੀਂ ਜਾਂਦੀ। ਦੂਜੀ ਗੱਲ ਹੈ ਨਿਮਰਤਾ। ਨਿਮਰਤਾ ਦੇ ਨਾਲ ਜਿਹੜੇ ਕੰਮ ਕੀੜੀ ਨੇ ਕਰ ਲੈਣੇ ਆ, ਹਾਥੀ ਕਦੇ ਵੀ ਨਹੀਂ ਕਰ ਸਕਦਾ। ਦੇਖੋ ਜੀ, ਬ੍ਰਹਮ ਗਿਆਨ ਵੀ ਸਾਨੂੰ ਵੀ ਵਿੱਦਿਆ ਜਿਹੜੀ ਆ ਪੜ੍ਹਨੀ ਚਾਹੀਦੀ ਆ, ਬਾਬਾ ਬੁੱਢਾ ਜੀ ਤੋਂ ਸਿੱਖਿਆ ਲੈਣੀ ਚਾਹੀਦੀ ਆ। ਉਹਨਾਂ ਵਰਗੀ ਨਿਮਰਤਾ, ਉਹਨਾਂ ਵਾਂਗ ਸਾਡਾ ਜੀਵਨ ਜੇ ਹੋ ਜਾਵੇ ਨਾ, ਗੱਲ ਬਣ ਜਾਵੇਗੀ ਜੀ। ਤੇ ਗੱਲ ਉਦੋਂ ਨਹੀਂ ਬਣਦੀ ਜਦੋਂ ਰੱਬ ਨੂੰ ਯਾਦ ਕਰਨਾ ਪਵੇ। ਗੱਲ ਉਦੋਂ ਬਣਦੀ ਆ, ਬਾਬਾ ਜੀ ਕਹਿੰਦੇ ਹੁੰਦੇ ਸੀ, ਜਦੋਂ ਰੱਬ ਭੁੱਲੇ ਹੀ ਨਾ, ਵਿਸਰੇ ਹੀ ਨਾ, ਆਖਾਂ ਜੀਵਾ ਵਿਸਰੈ ਮਰ ਜਾਓ। ਹੁਣ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜਦੋਂ ਦਰਬਾਰ ਸਾਹਿਬ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਅੰਮ੍ਰਿਤ ਸਰੋਵਰ ਦੀ ਤਿਆਰੀ ਕਰਵਾਈ ਆ ਨਾ, ਉਸ ਸਮੇਂ ਬਾਬਾ ਬੁੱਢਾ ਜੀ ਨੂੰ ਮੋਢੀ ਪ੍ਰਬੰਧਕ ਬਣਾਇਆ। ਸਿੱਖਿਆ ਕੀ ਮਿਲਦੀ ਆ? ਜੇ ਸਾਨੂੰ ਕੋਈ ਜ਼ਿੰਮੇਵਾਰੀ ਦੇ ਦੇਵੇ, ਚੰਗੀ ਤਰ੍ਹਾਂ ਉਹਨੂੰ ਨਿਭਾਉਣਾ ਚਾਹੀਦਾ।
ਸ੍ਰੀ ਦਰਬਾਰ ਸਾਹਿਬ ਜੀ ਦੀ ਪਰਿਕਰਮਾ ਵਿੱਚ ਅਜੇ ਵੀ ਉਹ ਬੇਰੀ ਮੌਜੂਦ ਆ, ਜਿੱਥੇ ਬੈਠ ਕੇ ਬਾਬਾ ਜੀ ਹੱਥੀਂ ਸੇਵਾ ਕਰਦੇ, ਸੰਗਤਾਂ ਤੋਂ ਸੇਵਾ ਕਰਵਾਉਂਦੇ। ਫਿਰ ਝਬਾਲ ਵਿਖੇ ਇਹਨਾਂ ਨੇ ਬੀੜ ਦੀ ਸੇਵਾ ਕੀਤੀ ਆ। ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਝਬਾਲ ਵਿਖੇ ਕਾਫੀ ਜ਼ਮੀਨ ਸੀ, ਮਹਾਰਾਜ ਨੂੰ ਭੇਟਾ ਹੋਈ ਵੀ ਸੀ। ਬਾਬਾ ਬੁੱਢਾ ਜੀ ਨੇ ਇੱਥੇ ਗੁਰੂ ਸਾਹਿਬ ਦੇ ਨਾਲ ਨਾਲ ਡੰਗਰਾਂ ਦੀ ਸੇਵਾ ਸੰਭਾਲ ਵੀ ਕੀਤੀ ਆ। ਇਹ ਬੀੜ ਦਾ ਨਾਂ ਬਾਬੇ ਦੀ ਬੀੜ ਵਜੋਂ ਪ੍ਰਸਿੱਧ ਆ, ਬੀੜ ਬਾਬਾ ਬੁੱਢਾ ਜੀ, ਇਸ ਤਰ੍ਹਾਂ ਵੀ ਲੋਕ ਕਹਿੰਦੇ ਆ। ਸੰਗਤ ਰੂਪ ਵਿੱਚ ਉੱਥੇ ਆ ਕੇ ਦਰਸ਼ਨ ਕਰਦੇ ਸਾਰੇ। ਤਾਂ ਮੇਰੇ ਕਹਿਣ ਦਾ ਭਾਵ ਇਹ ਆ ਕਿ ਉਹਨਾਂ ਨੇ ਕਦੇ ਨਹੀਂ ਇਹ ਕਿਹਾ ਵੀ ਮੈਨੂੰ ਡੰਗਰਾਂ ਦੀ ਸੇਵਾ ਕਿਉਂ ਕਰਨੀ ਪੈ ਰਹੀ ਆ, ਪਸ਼ੂਆਂ ਦੀ, ਕਦੇ ਨਹੀਂ ਸੀ ਆਖਿਆ। ਤੇ ਬਾਲ ਹਰਗੋਬਿੰਦ ਜੀ ਦੀ ਸਿਖਲਾਈ, ਗੁਰੂ ਘਰ ਵਿੱਚ ਇੰਨਾ ਸਤਿਕਾਰ ਸੀ ਬਾਬਾ ਜੀ ਦਾ, ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਆਪਣੇ ਸਾਹਿਬਜ਼ਾਦੇ ਸ਼੍ਰੀ ਹਰਗੋਬਿੰਦ ਸਾਹਿਬ ਜੀ ਦੀ ਪੜ੍ਹਾਈ ਸਿਖਲਾਈ, ਮੁੱਢਲੀ ਜਿਹੜੀ ਹੁੰਦੀ ਆ ਸਾਰੀ ਸਿੱਖਿਆ, ਇਹਦੀ ਜ਼ਿੰਮੇਵਾਰੀ ਬਾਬਾ ਜੀ ਨੂੰ ਦਿੱਤੀ ਸੀ। ਤੇ ਉਹਨਾਂ ਨੇ ਮੀਰੀ ਪੀਰੀ ਦੇ ਮਾਲਕ ਜੀ ਨੂੰ ਬਚਪਨ ਵਿੱਚ ਗੁਰਮੁਖੀ, ਗੁਰ ਇਤਿਹਾਸ, ਘੋੜ ਸਵਾਰੀ, ਸ਼ਾਸਤਰਾਂ ਦੀ ਵਰਤੋਂ, ਹੋਰ ਸਰੀਰਕ ਸਿਖਲਾਈ ਵੀ ਦਿੱਤੀ। ਦੇਖੋ ਬਾਬਾ ਬੁੱਢਾ ਜੀ ਘੋੜ ਸਵਾਰੀ ਜਾਣਦੇ ਸੀ, ਤਾਂ ਹੀ ਉਹਨਾਂ ਨੇ ਸਿਖਾਈ। ਗੁਰਮੁਖੀ ਬਾਰੇ ਗਿਆਨ ਸੀ, ਗੁਰ ਇਤਿਹਾਸ ਦਾ ਗਿਆਨ ਸੀ, ਸ਼ਾਸਤਰਾਂ ਦਾ ਗਿਆਨ ਸੀ। ਸਿੱਖਿਆ ਕੀ ਮਿਲਦੀ ਆ ਸਾਨੂੰ? ਗੁਣ ਜਿੰਨੇ ਹੋਣ ਬੰਦੇ ਵਿੱਚ ਥੋੜ੍ਹੇ ਹੀ ਆ, ਗੁਣ ਕਮਾਉਣੇ ਚਾਹੀਦੇ ਆ। ਸਾਂਝ ਕਰੀਜੈ ਗੁਣਾਂ ਕੇਰੀ, ਛੋੜ ਅਵਗੁਣ ਚੱਲੀਏ। ਇਵੇਂ ਸਾਨੂੰ ਸਿੱਖਿਆ ਇਹ ਵੀ ਮਿਲਦੀ ਹੈ ਜੀ। ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ, ਤੁਸੀਂ ਜਾਣਦੇ ਹੋ ਇਹ ਤਾਂ, ਕਿ ਜਦੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤਿਆਰ ਕਰਕੇ ਪਹਿਲਾ ਪ੍ਰਕਾਸ਼ ਕਿੱਥੇ ਹੋਇਆ? ਸ੍ਰੀ ਹਰਿਮੰਦਰ ਸਾਹਿਬ। ਜਦੋਂ ਅੰਮ੍ਰਿਤਸਰ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਪ੍ਰਕਾਸ਼ ਹੋ ਗਿਆ, ਉਦੋਂ ਬਾਬਾ ਬੁੱਢਾ ਸਾਹਿਬ ਜੀ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਗ੍ਰੰਥੀ ਨਿਯੁਕਤ ਕੀਤਾ ਗਿਆ। ਬਹੁਤ ਵੱਡੀ ਗੱਲ ਸੀ ਇਹ, ਕਿਉਂਕਿ ਦੇਖੋ ਅੱਜ ਕੱਲ੍ਹ ਅਸੀਂ ਵੇਖਦੇ ਹਾਂ ਕਿ ਗੁਰੂ ਘਰ ਦੇ ਜਿਹੜੇ ਵਜ਼ੀਰ ਆ, ਭਾਵੇਂ ਅਸੀਂ ਕਹਿੰਦੇ ਤਾਂ ਵਜ਼ੀਰ ਆ, ਪਰ ਉਹਨਾਂ ਦੀ ਹਾਲਤ ਵਜ਼ੀਰਾਂ ਵਾਲੀ ਨਹੀਂ। ਗੁਰੂ ਘਰ ਦੇ ਗ੍ਰੰਥੀ ਸਿੰਘਾਂ ਦੀ ਮੈਂ ਗੱਲ ਕਰ ਰਿਹਾ। ਅਸੀਂ ਕਿੰਨਾ ਕੁ ਉਹਨਾਂ ਦਾ ਸਤਿਕਾਰ ਕਰਦੇ ਹਾਂ, ਕਿੰਨੀਆਂ ਕੁ ਉਹਨਾਂ ਦੀਆਂ ਤਨਖਾਹਾਂ ਨੇ, ਉਹ ਕਿਵੇਂ 6-6 ਹਜ਼ਾਰ 7-7 ਹਜ਼ਾਰ 'ਤੇ ਆਪਣਾ ਜੀਵਨ ਬਸਰ ਕਰ ਰਹੇ ਆ। ਕਿਵੇਂ ਕਰਦੇ ਹੋਣਗੇ, ਕਦੇ ਸੋਚਿਆ ਨਹੀਂ, ਕਿਉਂਕਿ ਅਸੀਂ ਉਹਨਾਂ ਨਾਲ ਕਦੇ ਦੁੱਖ ਸਾਂਝਾ ਕੀਤਾ ਹੀ ਨਹੀਂ। ਜੋ ਸਾਰੇ ਨਗਰ ਦੀ, ਸਾਰੇ ਪਿੰਡ ਦੀ, ਸਰਬੱਤ ਦੇ ਭਲੇ ਦੀ, ਖੁਸ਼ੀਆਂ ਦੀਆਂ ਅਰਦਾਸਾਂ ਕਰਦੇ ਆ, ਉਹ ਮੰਗਤੇ ਬਣਾ ਕੇ ਰੱਖ ਦਿੱਤੇ ਅਸੀਂ। ਮੇਰੇ ਕਹਿਣ ਦਾ ਭਾਵ ਇਹ ਆ ਕਿ ਸਾਨੂੰ ਸਾਰੇ ਪਿੰਡ ਵਾਸੀਆਂ ਨੂੰ ਸਭ ਤੋਂ ਪਹਿਲਾਂ ਤਾਂ ਏਕਤਾ ਨਾਲ ਪਿੰਡ ਦੇ ਵਿੱਚ ਇੱਕ ਗੁਰੂ ਘਰ ਬਣਾਉਣਾ ਚਾਹੀਦਾ, ਤੇ ਤਾਂ ਕਿ ਉਹਦੀ ਸਹੀ ਸੁਚੱਜੇ ਢੰਗ ਨਾਲ ਸੇਵਾ ਹੋ ਸਕੇ। ਬਾਕੀ ਜਿਹੜੇ ਉੱਥੇ ਸਿੰਘ ਹੋਣਗੇ, ਗ੍ਰੰਥੀ ਸਿੰਘ ਹੋਣਗੇ, ਉਹਨਾਂ ਦਾ ਵੀ ਸਤਿਕਾਰ ਕਰਨਾ ਚਾਹੀਦਾ। ਇੰਨਾ ਹੀ ਨਹੀਂ, ਅੱਜ ਕੱਲ੍ਹ ਮਹਿੰਗਾਈ ਬਹੁਤ ਜ਼ਿਆਦਾ ਹੈ, ਉਹਨਾਂ ਦੀ ਆਰਥਿਕ ਪੱਖ ਤੋਂ ਮਾਇਆ ਕਰਕੇ ਵੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਮਾਣ ਸਨਮਾਨ ਇੱਜ਼ਤ ਉਹਨਾਂ ਨੂੰ ਬਣਦਾ ਦੇਣਾ ਚਾਹੀਦਾ। ਅਤੇ ਜੇ ਆਪਾਂ ਉਹਨਾਂ ਨੂੰ ਮਾਣ ਸਨਮਾਨ ਦੇਵਾਂਗੇ, ਉਹਨਾਂ ਨੂੰ ਕੀ ਲੋੜ ਹੈ ਇਸ ਤਰ੍ਹਾਂ ਹੋਰ ਜਗ੍ਹਾ ਜਾ ਕੇ ਡਿਊਟੀ ਕਰਨ ਦੀ? ਉਹ ਆਪਣੇ ਹੀ ਨਗਰ ਵਿੱਚ ਰਹਿਣਗੇ। ਆਪਣੇ ਬੱਚਿਆਂ ਨੂੰ ਉਹਨਾਂ ਨੂੰ ਆਖੋ ਵਿੱਦਿਆ ਪੜ੍ਹਾਓ, ਸ਼ਾਮ ਨੂੰ ਬੱਚਿਆਂ ਦੀਆਂ ਕਲਾਸਾਂ ਲੱਗਣ, ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੂੰ ਗੁਰਮੁਖੀ, ਮੁਹਾਰਨੀ, ਸੰਥਿਆ ਕਰਵਾਈ ਜਾਵੇ, ਕੀਰਤਨ ਸਿਖਾਇਆ ਜਾਵੇ, ਅਤੇ ਕਿਆ ਜਿਹੜੀ ਉਹਨਾਂ ਦੀ ਜ਼ਿੰਦਗੀ ਆਪਾਂ ਕਹਿ ਸਕਦੇ ਹਾਂ ਪਾਸਾ ਹੀ ਬਦਲ ਜਾਵੇਗਾ ਜੀ। ਬਹੁਤ ਵਧੀਆ ਜ਼ਿੰਦਗੀ ਬਣ ਜਾਵੇਗੀ ਜੇ ਅਸੀਂ ਸਹੀ ਢੰਗ ਨਾਲ ਚੱਲਾਂਗੇ। ਇਹਨਾਂ ਗੱਲਾਂ ਨੂੰ ਪੱਲੇ ਬੰਨ੍ਹਣ ਦੀ ਲੋੜ ਆ। ਜੇ ਬੱਚਿਆਂ ਨੂੰ ਆਪਣਿਆਂ ਨੂੰ ਨਸ਼ਿਆਂ ਤੋਂ ਬਚਾਉਣਾ, ਜੇ ਆਪਣੇ ਬੱਚਿਆਂ ਨੂੰ ਸਹੀ ਸਿੱਖਿਆ ਦੇਣੀ ਆ, ਤਾਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦਾ ਸਤਿਕਾਰ ਕਰਨਾ ਪਵੇਗਾ। ਗ੍ਰੰਥੀ ਸਿੰਘਾਂ ਨੂੰ ਸੰਭਾਲਾਂਗੇ, ਉਹ ਸਾਡੇ ਬੱਚੇ ਸਾਂਭਣ ਦੀ ਜ਼ਿੰਮੇਵਾਰੀ ਆਪੇ ਲੈ ਲੈਣਗੇ। ਯਾਦ ਰੱਖਿਓ ਇਹ ਗੱਲ, ਗੁਰੂ ਮਹਾਰਾਜ ਕਿੰਨਾ ਸਤਿਕਾਰ ਕਰਦੇ ਸੀ। ਬਾਬਾ ਬੁੱਢਾ ਸਾਹਿਬ ਜੀ ਦਾ ਗੁਰੂ ਘਰ ਦੇ ਵਜ਼ੀਰਾਂ ਦਾ ਸਤਿਕਾਰ ਅੱਜ ਨਹੀਂ ਹੈਗਾ। ਇਹ ਜ਼ਰੂਰ ਭਾਈ ਪੱਲੇ ਬੰਨਿਓ। ਅੱਗੇ ਹੁਣ ਆਖਰੀ ਸਮਾਂ, ਆਪਣੇ ਅੰਤਲੇ ਸਮੇਂ ਬਾਬਾ ਜੀ ਨੂੰ ਜਦੋਂ ਪਤਾ ਲੱਗਾ, ਕਿਉਂਕਿ ਬ੍ਰਹਮ ਗਿਆਨੀ ਸੀ, ਕਿ ਹੁਣ ਆਖਰੀ ਸਮਾਂ ਆ ਗਿਆ, ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਆਗਿਆ ਲਈ ਆ, ਪਿੰਡ ਰਮਦਾਸ ਵਿਖੇ ਆ ਗਏ, ਭਜਨ ਬੰਦਗੀ ਕੀਤੀ ਆ। ਜਦੋਂ ਸੱਚਖੰਡ ਵਾਪਸੀ ਦਾ ਸਮਾਂ ਆਇਆ ਨਾ, ਇੱਕ ਮਨ ਇੱਕ ਚਿੱਤ ਹੋ ਕੇ
ਗੁਰੂ ਮਹਾਰਾਜ ਨੂੰ ਧਿਆਇਆ, ਦਰਸ਼ਨਾਂ ਲਈ ਬੇਨਤੀ ਕੀਤੀ ਆ ਤੇ ਮਹਾਰਾਜ ਜੀ ਨੇ ਆਪਣੇ ਦਿੱਤੇ ਹੋਏ ਬਚਨ ਅਨੁਸਾਰ ਦਰਸ਼ਨ ਦੇਣ ਲਈ ਉਹਨਾਂ ਕੋਲ ਪਹੁੰਚ ਗਿਆ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਕੇ ਬਾਬਾ ਬੁੱਢਾ ਜੀ 14 ਮੱਘਰ ਸੰਮਤ 1688 ਬਿਕਰਮੀ ਤੇ ਸੰਨ 1631 ਈਸਵੀ ਬਣਦਾ ਹੈ, ਕਿਉਂਕਿ ਇਹ ਕੈਲੰਡਰਾਂ ਦੇ ਵਿੱਚ ਫਰਕ ਆ ਜੀ। ਬਿਕਰਮੀ ਸੰਮਤ ਜਿਹੜਾ ਹੈ ਨਾ ਤੇ ਈਸਵੀ, ਇਹਨਾਂ ਵਿੱਚ ਕਾਫੀ ਫਰਕ ਆ, ਕਿਉਂਕਿ ਬਿਕਰਮੀ ਸੰਮਤ ਹਮੇਸ਼ਾ ਅੱਗੇ ਚੱਲੇਗਾ। ਇਹਨਾਂ ਕੈਲੰਡਰਾਂ ਵਿੱਚ ਲਗਭਗ 57 ਸਾਲ ਦਾ ਫਰਕ ਆ ਜੀ, ਇਹ ਗੱਲ ਚੇਤੇ ਰੱਖਿਓ। 57 ਸਾਲ ਜਿਹੜਾ ਬਿਕਰਮੀ ਸੰਮਤ ਹੈ ਨਾ ਉਹ ਅੱਗੇ ਚੱਲਦਾ ਹੈ ਈਸਵੀ ਸੰਨ ਨਾਲੋਂ। ਜਿਹੜਾ ਸੰਨ ਆਪਾਂ ਜਦੋਂ ਗੱਲ ਕਰਦੇ ਹਾਂ ਤਾਂ ਉਹ ਪਿੱਛੇ ਰਹਿ ਜਾਂਦਾ ਹੈ, ਬਿਕਰਮੀ ਸੰਮਤ ਅੱਗੇ ਚਲਿਆ ਜਾਂਦਾ ਹੈ। ਤਾਂ ਇਹ 57 ਸਾਲ ਦਾ ਕੈਲੰਡਰ ਵਿੱਚ ਫਰਕ ਆ। ਕਈ ਵਾਰੀ ਇਸ ਤਰ੍ਹਾਂ ਅਸੀਂ ਕਹਿ ਦਿੰਦੇ ਹਾਂ ਵੀ ਭਾਈ ਸਾਹਿਬ ਤੁਸੀਂ ਇਉਂ ਕਿਉਂ ਕਹਿ ਦਿੱਤਾ, ਤਾਂ ਉਦੋਂ ਬਿਕਰਮੀ ਸੰਮਤ ਦੀ ਗੱਲ ਹੋ ਰਹੀ ਹੁੰਦੀ ਆ। ਤਾਂ ਇਵੇਂ ਫਿਰ ਬਾਬਾ ਜੀ ਦੀ 125 ਸਾਲ ਦੀ ਉਮਰ ਸੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਅਕਾਲ ਚਲਾਣਾ ਕਰ ਗਏ। ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਸੋ ਇਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਦਾ ਜੋ ਜੀਵਨ ਹੈ ਉਹਦੇ ਵਿੱਚੋਂ ਜੋ ਵੀ ਸਾਨੂੰ ਸਿੱਖਣ ਨੂੰ ਮਿਲਦਾ ਉਹ ਹੈ ਕਿ ਸਾਨੂੰ ਗੁਣ ਕਮਾਉਣੇ ਚਾਹੀਦੇ ਆ। ਗੁਣ ਜਿਹੜੇ ਹੁੰਦੇ ਆ ਸਾਨੂੰ ਗੁਰੂ ਪਾਤਸ਼ਾਹ ਜੀ ਦੇ ਨੇੜੇ ਲੈ ਜਾਂਦੇ ਆ। ਜਿੰਨੇ ਵੀ ਸਾਡੇ ਵਿੱਚ ਗੁਣ ਹੋਣਗੇ ਓਨਾ ਹੀ ਅਸੀਂ ਕਦਮ ਗੁਰੂ ਮਹਾਰਾਜ ਦੇ ਨੇੜੇ ਹੋ ਜਾਵਾਂਗੇ। ਜਿਵੇਂ ਜਿਵੇਂ ਔਗਣ ਵੱਧਦੇ ਜਾਣਗੇ ਤਿਵੇਂ ਤਿਵੇਂ ਗੁਰੂ ਪਾਤਸ਼ਾਹ ਜੀ ਤੋਂ ਦੂਰ ਹੋ ਜਾਵਾਂਗੇ। ਸੋ ਗੁਰੂ ਪਿਆਰਿਓ, ਧੰਨ ਹਨ ਮਾਤਾ ਗੌਰਾਂ ਜੀ, ਧੰਨ ਹਨ ਭਾਈ ਸੁੱਘਾ ਜੀ, ਬਾਬਾ ਬੁੱਢਾ ਸਾਹਿਬ ਜੀ ਦੇ ਮਾਤਾ ਪਿਤਾ ਜਿਨ੍ਹਾਂ ਨੇ ਐਸੀ ਸ਼ਖਸੀਅਤ ਨੂੰ ਜਨਮ ਦਿੱਤਾ। ਮਾਤਾ ਗੌਰਾ ਜੀ ਦੀ ਕੁੱਖ ਨੂੰ ਭਾਗ ਲੱਗਿਆ। ਅੱਜ ਦੇ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੋਇਆ। ਦੁਨੀਆ ਦੇ ਕੋਨੇ-ਕੋਨੇ ਵਿੱਚ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ। ਮੈਂ ਸਾਰੀਆਂ ਸੰਗਤਾਂ ਨੂੰ ਭਾਈ ਬਾਬਾ ਬੁੱਢਾ ਸਾਹਿਬ ਜੀ ਦੇ ਜਨਮ ਦਿਹਾੜੇ ਦੀ ਜਿੱਥੇ ਵਧਾਈ ਦਿੰਦਾ ਹਾਂ, ਉੱਥੇ ਇਹ ਵੀ ਮੈਂ ਆਪ ਜੀ ਅੱਗੇ ਬੇਨਤੀ ਕਰਦਾ ਕਿ ਜਿਹੜੇ ਸਾਡੇ ਬੱਚੇ ਹਨ ਜਾਂ ਅਸੀਂ ਆਪ ਕਿੰਨੀ ਜ਼ਿੰਦਗੀ ਜਿਹੜੀ ਆ ਬਤੀਤ ਕਰ ਆਏ ਹਾਂ, ਪਰ ਸਾਨੂੰ ਜੇਕਰ ਬਾਬਾ ਬੁੱਢਾ ਸਾਹਿਬ ਜੀ ਦੇ ਜੀਵਨ ਬਾਰੇ ਅਜੇ ਨਹੀਂ ਸੀ ਪਤਾ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਜ਼ਰੂਰ ਦੱਸਣਾ ਚਾਹੀਦਾ ਕਿਵੇਂ ਉਹ ਬੂੜਾ ਤੋਂ ਬਾਬਾ ਬੁੱਢਾ ਜੀ ਬਣਦੇ ਨੇ। ਗੁਰਤਾ ਦੀ ਰਸਮ ਦੇਖੋ, ਦੂਜੇ ਤੀਜੇ ਚੌਥੇ ਪੰਜਵੇਂ ਛੇਵੇਂ ਪਾਤਸ਼ਾਹ ਜੀ, ਉਹਨਾਂ ਨੂੰ ਗੁਰਤਾ ਦੀ ਰਸਮ ਵੀ ਬਾਬਾ ਬੁੱਢਾ ਜੀ ਹੀ ਅਦਾ ਕਰਦੇ ਰਹੇ। ਕਿੱਡੀ ਵੱਡੀ ਗੱਲ ਆ। ਤੇ ਬ੍ਰਹਮ ਗਿਆਨੀ, ਅਨਨ ਸੇਵਕ, ਪਰਉਪਕਾਰੀ, ਵਿਦਵਾਨ, ਦੂਰ ਅੰਦੇਸ਼, ਮਹਾਨ ਉਸਰਈਏ, ਪ੍ਰਚਾਰਕ, ਏਡੇ ਗੁਣ ਹੋਣੇ ਇੱਕੋ ਸ਼ਖਸੀਅਤ ਵਿੱਚ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਗੱਲ ਆ। ਤੇ 125 ਸਾਲਾਂ ਦੀ ਉਮਰ ਵਿੱਚੋਂ 113 ਸਾਲ ਗੁਰੂ ਮਹਾਰਾਜ ਦੀ ਸ਼ਰਨ ਰਹਿ ਕੇ ਸੇਵਾ ਨਿਭਾਉਣੀ, ਤਾਂ ਇਹ ਅਸੀਂ ਜਾਣਦੇ ਹੀ ਹਾਂ ਨਾ। ਤਾਂ ਇਹ ਇੱਕ ਵੱਡੀ ਸੇਵਾ ਸੀ। ਕੀਤੀ ਵੀ ਉਹਨਾਂ ਨੇ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਏ। ਇਸ ਤਰ੍ਹਾਂ ਸੇਵਾ ਕੀਤੀ। ਆਪ ਗਵਾਏ ਸੇਵਾ ਕਰੇ ਤਾ ਕਿਛ ਪਾਏ ਮਾਣ। ਜੇ ਆਪਾਂ ਗਵਾ ਕੇ ਸੇਵਾ ਕੀਤੀ ਜਾਵੇ ਫਿਰ ਉਹਦਾ ਫਲ ਵੀ ਬੜਾ ਮਿਲਦਾ ਹੈ। ਤਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ ਐਸੇ ਬਾਬਾ ਬੁੱਢਾ ਜੀ ਬ੍ਰਹਮ ਗਿਆਨੀ ਜਿਨ੍ਹਾਂ ਨੇ ਆਪਣੀ ਭਗਤੀ ਸੇਵਾ ਸਦਕਾ ਇੰਨਾ ਆਤਮਿਕ ਜੀਵਨ ਜਿਹੜਾ ਸੀ ਉੱਚਤਾ ਉਹਦੇ ਵਿੱਚ ਹਾਸਲ ਕੀਤੀ। ਅਸੀਂ ਵੀ ਉਹਨਾਂ ਦਾ ਜੀਵਨ ਕੇਵਲ ਪੜ੍ਹਨਾ ਹੀ ਨਹੀਂ, ਸੁਣਨਾ ਹੀ ਨਹੀਂ, ਉਹਨਾਂ ਜੈਸੇ ਹੋਣ ਦੀ ਪੂਰੀ ਕੋਸ਼ਿਸ਼ ਕਰਨੀ ਆ। ਕਿਉਂਕਿ ਦੇਖੋ, ਕਰਮਾਂ ਵਾਲੀ ਰੂਹ ਸੀ, ਕਰਮਾਂ ਵਾਲਾ ਸਰੀਰ ਸੀ, ਕਰਮਾਂ ਵਾਲੀ ਦੇਹ ਸੀ ਜਿਨ੍ਹਾਂ ਨੇ 6 ਪਾਤਸ਼ਾਹੀਆਂ ਦੇ ਦਰਸ਼ਨ ਕੀਤੇ। ਆਮ ਕਰਕੇ ਕੁਝ ਤਰਕਵਾਦੀ ਲੋਕ ਕਹਿ ਦਿੰਦੇ ਆ 125 ਸਾਲ ਦੀ ਉਮਰ ਕਿਵੇਂ ਹੋ ਜਾਵੇਗੀ। ਵੱਡੀ ਗੱਲ ਤੁਹਾਨੂੰ ਇਹ ਸਿੱਖਣ ਨੂੰ ਮਿਲਦੀ ਆ, ਜਿਵੇਂ ਬਾਬਾ ਬੁੱਢਾ ਜੀ ਨੂੰ ਗੁਰੂ ਪਾਤਸ਼ਾਹ ਜੀ ਨੇ ਆਖਿਆ ਤਿਵੇਂ ਉਹ ਕਰਦੇ ਰਹੇ ਆ। ਸਾਨੂੰ ਵੀ ਆਪਣੇ ਗੁਰੂ ਦੇ ਬਚਨ ਕਮਾਉਣੇ ਚਾਹੀਦੇ ਆ। ਜੋ ਗੁਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਕੀਤੀ ਹੋਈ ਵਿਚਾਰ ਹਿਰਦਿਆਂ 'ਚ ਵਸੇ। ਗੁਰ ਸ਼ਬਦਾਂ ਦੀ ਕਮਾਈ ਕਰਕੇ ਅਸੀਂ ਵੀ ਉੱਚੇ ਸੁੱਚੇ ਜੀਵਨ ਵਾਲੇ ਬਣ ਜਾਈਏ ਜੀ। ਆਓ ਸਾਰੇ ਰਲ ਮਿਲ ਕੇ ਭਾਈ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ, ਜਿਸ ਤਰ੍ਹਾਂ ਬਾਬਾ ਬੁੱਢਾ ਸਾਹਿਬ ਜੀ ਕਰਦੇ ਰਹੇ ਆ। ਅਰਦਾਸ ਵਿੱਚ ਇੰਨੀ ਸ਼ਕਤੀ ਆ ਕਿ ਇਹ ਇੱਕ ਮਨ ਇੱਕ ਚਿੱਤ ਹੋ ਕੇ ਕੀਤੀ ਜਾਵੇ
ਤਾਂ ਸਾਰੇ ਕਾਰਜ ਸਾਡੇ ਰਾਸ ਹੋ ਜਾਂਦੇ ਆ। ਆਓ ਜੀ ਰਲ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ। ਇਹ ਜੋ ਮੈਂ ਆਪ ਜੀ ਨੂੰ ਬਾਬਾ ਬੁੱਢਾ ਜੀ ਦੇ ਜੀਵਨ ਵਿੱਚੋਂ ਨਿਮਰਤਾ, ਕਿਸ ਤਰ੍ਹਾਂ ਦਾ ਜੀਵਨ ਹੋਣਾ ਚਾਹੀਦਾ, ਉਹ ਗੁਣ ਜਿਹੜੇ ਆ ਜ਼ਰੂਰ ਧਾਰਨ ਕਰਨ ਦੀ ਕੋਸ਼ਿਸ਼ ਕਰਨਾ। ਚੰਗੀਆਂ ਆਦਤਾਂ ਮਹਿੰਗੀਆਂ ਨਹੀਂ, ਮਹਿੰਗੀਆਂ ਆਦਤਾਂ ਸਗੋਂ ਚੰਗੀਆਂ ਨਹੀਂ ਹੁੰਦੀਆਂ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਹੀ ਭਲਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।